किसान अंदोलन एक इहो जिहा अंदोलन जो शांतमई ਚੱਲਿਆ। करीब 2 महीने लोग दिल्ली 'ਚ बैठे रहे और उन्हों की आखिर जो दिन सी मेहनत का 26 जनवरी का दिन, जिस दिन भारत दे विच 2 परेडां होणीआं सीगीआं, उस दिन की होया कि लोग सरकार दे दिते हुए रस्ते तो भटके और दिल्ली दे विच अलग अलग जगह के उत्ते पुलिस दे नाल जो हत्थों पाई हुई, पुलिस वालों भी बराबर का जे गल करिए पुलिस वालों भी आंसू गैस के गोले छड्डे गए और किसानों के उत्ते जो अत्याचार किया गया उस दिन तो लैके जे अज तक की गल करिए करीब जो 2-3 दिन का माहौल आ, एक शांतमई अंदोलन नूं जे देखिए हिंसा वाल नूं भड़का रहा जो माहौल है की माहौल बनता जा रहा है इस अंदोलन का, इस बारे गलबात करांगे। साडे नाल आजाद समाज पार्टी के पंजाब के प्रधान ने राजीव लवली जी, उन्होंने नाल उन्होंने साथी अरुण भट्टी जी। लवली जी पहले तो बहुत बहुत स्वागत है तुहाडा फैन अंबेडकर टीवी दे विच। अज अगर गल करते हैं की लगता तुहानूं 26 तरीक का वो दिन और 26 तो बाद दे विच जे अज गल करिए की माहौल बनता जा रहा है? सारिਆਂ ਨੂੰ जय भीम जय भारत, वाहेगुरु जी का खालसा श्री वाहेगुरु जी की फतेह। ये देखो मैं ये कहना चाहूँगा इस मुद्दे ते भी ये बहुत ही मंदभागी घटना जिहड़ी आ उदन वापरी आ, क्योंकि किसान जथेबंदियां ਜਿਹੜੀਆਂ तकरीबन 2.5-3 महीने जिन्हां ने पंजाब दे विच एजीटेशन चलाई, बहुत ही समूथली और शांतमई ढंग नाल पंजाब च एजीटेशन होई। उस तो बाद उन्होंने 26 नवंबर नूं जिहड़ा दिल्ली वल नूं कूच करन दा सुनेहा दिता तो देश भर दे किसानां दे विच एक लहर उठी, क्योंकि पंजाब एक इदां दी स्टेट आ, इहदा तुसीं इतिहास चक के देख लो, मुल्क नूं आज़ाद कराउण तक 95% ਜਿਹੜੀਆਂ ਕੁਰਬਾਨੀਆਂ पंजाब ते हरियाणे ਦੇ ਲੋਕਾਂ ਨੇ ਦਿੱਤੀਆਂ, क्योंकि उस ਵੇਲੇ पंजाब हरियाणा इकट्ठा सीगा जी। आ ਜਿਹੜਾ ਹੁਣ 26 जनवरी ਨੂੰ ਜਿਹੜਾ ਇਹ ਲਾਲ ਕਿਲੇ ਵਾਲਾ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਸਾਰਾ, ਇਹ ਮੈਂ ਸਮਝਦਾ ਵੀ ਸਾਡੇ ਦੇਸ਼ ਦੇ ਉੱਪਰ ਇੱਕ ਕਾਲਾ ਧੱਬਾ ਜਿਹੜਾ ਵਾ ਉਹ ਕਿਹਾ ਜਾ ਸਕਦਾ, क्योंकि ਜਦੋਂ 42 ਜਥੇਬੰਦੀਆਂ ਸ਼ਾਂਤਮਈ ਢੰਗ ਨਾਲ ਤਕਰੀਬਨ ਪਿਛਲੇ 62 ਦਿਨ ਤੋਂ ਦਿੱਲੀ ਦੇ ਅਲੱਗ-ਅਲੱਗ ਬਾਰਡਰਾਂ ਤੇ ਬੈਠੇ ਹੋਏ ਸੀਗੇ, ਉਹਦੇ 'ਚ ਸਾਡੇ ਪੰਜਾਬ ਦੇ ਨੌਜਵਾਨ ਬਹੁਤ ਭਾਰੀ ਗਿਣਤੀ ਸੀਗੇ, ਬੀਬੀਆਂ ਬੱਚੇ ਬਜ਼ੁਰਗ ਸਾਰੇ ਸਾਥੀ ਬਹੁਤ ਹੀ ਵਧੀਆ ਢੰਗ ਨਾਲ ਸਮੂਥਲੀ ਜਿਹੜੀ ਆ ਸ਼ਾਂਤਮਈ ਇਹ ਚੱਲ ਰਹੀ ਸੀ। ਲੇਕਿਨ ਕੁਝ ਸ਼ਰਾਰਤੀ ਅੰਸਰ ਇਹਨਾਂ 'ਚ ਬੜੇ, ਉਹ ਏਜੰਸੀਆਂ ਦੇ ਬੰਦੇ ਵੀ ਹੋ ਸਕਦੇ ਆ, ਉਹ RSS BJP ਦੇ ਰਿਲੇਟਡ ਬੰਦੇ ਵੀ ਹੋ ਸਕਦੇ ਆ। ਜਦੋਂ ਜਥੇਬੰਦੀਆਂ ਨੇ ਇਹ ਤੈਅ ਕਰ ਲਿਆ ਸੀ ਵੀ ਅਸੀਂ ਲਾਲ ਕਿਲੇ ਵਾਲੇ ਪਾਸੇ ਮੂਵ ਹੀ ਨਹੀਂ ਕਰਨਾ, ਉੱਧਰ ਜਾਣਾ ਹੀ ਨਹੀਂਗਾ, ਤਾਂ ਕਿਹੜੇ ਉਹ ਲੋਕ ਸੀ, ਉਹ ਲੋਕ ਪਹਿਚਾਨਣ ਦੀ ਲੋੜ ਆ ਜਿਨ੍ਹਾਂ ਨੇ। ਜੇ ਆਪਾਂ ਗੱਲ ਕਰਦੇ ਹਾਂ ਉਸ ਟਾਈਮ ਦੀ ਜੋ 25 ਤਰੀਕ ਰਾਤ ਦਾ ਜੋ ਸਟੇਜ ਦਾ ਵਾਕਿਆ ਆ, ਉਹਦੇ ਵਿੱਚ ਜੋ ਯੂਥ ਜਿਹੜਾ ਸੀਗਾ, ਯੂਥ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਰਿੰਗ ਰੋਡ ਤੇ ਜਾਣਾ ਹੀ ਜਾਣਾ। ਕੀ ਲੱਗਦਾ ਤੁਹਾਨੂੰ ਇਸ ਬਾਰੇ? ਦੇਖੋ ਬੜੀ ਇਹ ਹਾਸੋਹੀਣੀ ਜੀ ਗੱਲ ਆ ਯਾਰ, ਰਿੰਗ ਰੋਡ ਤੇ ਜਾਣ ਨਾਲ ਤੁਹਾਡੇ ਮਸਲੇ ਹੱਲ ਹੋਣੇ ਸੀ ਕਿਤੇ? ਕੀ ਉਹ ਇਹ ਸ਼ਰਤ ਸੀਗੀ ਵੀ ਰਿੰਗ ਰੋਡ ਤੇ ਜਾ ਪਹੁੰਚਾਂਗੇ ਤਾਂ ਸਾਡੇ ਜਿਹੜੇ ਕਾਨੂੰਨ ਵਾਪਸ ਹੋ ਜਾਣਗੇ? ਇਹ ਬੜੀ ਹਾਸੋਹੀਣੀ ਗੱਲ ਆ। ਔਰ ਜਿਹੜੀ ਤੁਸੀਂ 25 ਤਰੀਕ ਦੀ ਗੱਲ ਕਰ ਰਹੇ ਹੋ, ਜਦੋਂ ਸਟੇਜ ਕੈਪਚਰ ਹੋਈ, ਮੇਨ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਟੇਜ ਸੀਗੀ, ਜਦੋਂ ਕੈਪਚਰ ਹੋਈ ਉੱਥੇ ਹੀ ਕਹਾਣੀ ਜਿਹੜੀ ਆ ਸਾਰੀ ਖਰਾਬ ਹੋਈ, ਕਿਉਂਕਿ ਇਹਨਾਂ ਨੇ ਯੂਥ ਨੂੰ ਵਰਗਲਾ ਕੇ, ਹਾਲਾਂਕਿ ਜਿਹੜੀ ਪਰਮਿਸ਼ਨ ਸੀ ਦਿੱਲੀ ਪੁਲਿਸ ਦੀ, ਉਹ ਬਕਾਇਦਾ ਉਹਦਾ ਇੱਕ ਨਕਸ਼ਾ ਬਣਨਾ ਸੀਗਾ, ਨਕਸ਼ੇ ਦੇ ਮੁਤਾਬਕ ਹੀ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਜੋ ਵੀ ਸਾਧਨ ਸੀ ਜਾਣੇ ਸੀ, ਕਿਉਂਕਿ ਜਿਹੜੇ ਲੋਕ ਸੀ ਇਹ ਦਿੱਲੀ ਦੇ ਲੋਕਲ ਲੋਕ ਨਹੀਂ ਸੀ, ਇਹਨਾਂ ਨੂੰ ਨਹੀਂ ਪਤਾ ਵੀ ਆ ਸੱਜੇ ਵਾਲੇ ਪਾਸੇ ਸੜਕ ਕਿਹੜੇ ਪਾਸੇ ਨੂੰ ਜਾਣੀ ਹੈ, ਕਿਹੜੀ ਜਾਣੀ ਹੈ। ਬਕਾਇਦਾ ਇਹਦਾ ਇੱਕ ਨਕਸ਼ਾ ਬਣਦਾ ਔਰ ਰੂਟ ਦੇ ਹਿਸਾਬ ਦੇ ਨਾਲ ਅੱਗੇ ਪੁਲਿਸ ਦੀ ਸਾਰੀ ਵਿਉਂਤਬੰਦੀ ਹੁੰਦੀ। ਇਹ ਵੀ ਸੁਣਨ 'ਚ ਆ ਰਿਹਾ ਵਾ ਵੀ ਜਿਹੜਾ ਰੂਟ ਪਾਸ ਕੀਤਾ ਗਿਆ, ਉਹ ਰੂਟ ਨੂੰ ਪੁਲਿਸ ਨੇ ਖੁਦ ਬੈਰੀਕੇਡਿੰਗ ਲਾ ਕੇ ਉਹਨੂੰ ਬੰਦ ਕੀਤਾ ਵੀ ਲੋਕ ਜਿਹੜੇ ਡਾਇਵਰਟ ਹੋ ਜਾਣ, ਦੂਜੇ ਪਾਸੇ ਨੂੰ ਚਲੇ ਜਾਣ। ਇਹ ਜਿਹੜੀ ਮੰਦਭਾਗੀ ਘਟਨਾ 26 ਜਨਵਰੀ ਨੂੰ ਲਾਲ ਕਿਲੇ 'ਚ ਜਿਹੜਾ ਸਾਡਾ ਇਤਿਹਾਸਿਕ ਅਸਥਾਨ, ਮੁਲਕ ਨੂੰ ਆਜ਼ਾਦ ਹੋਣ ਤੋਂ ਲੈ ਕੇ ਹੁਣ ਤਾਈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਝੰਡਾ ਲਹਿਰਾਉਂਦੇ ਨੇ 15 ਅਗਸਤ ਨੂੰ, ਇੱਦਾਂ ਦੀ ਧਰੋਹਰ ਜਿਹਦੇ 'ਤੇ ਪੰਜਾਬੀਆਂ ਨੂੰ ਤਾਂ ਮਾਣ ਹੈਗਾ ਹੀ ਆ, ਦੇਸ਼ ਵਾਸੀਆਂ ਨੂੰ ਮਾਣ ਆ, ਜਿਹੜੇ ਤਿਰੰਗੇ ਝੰਡੇ ਦੇ ਅਪਮਾਨ ਦੀ ਗੱਲ ਕਰ ਰਹੇ ਆ। ਕੀ ਤੁਸੀਂ ਲੋਕ ਇਹ ਸੋਚ ਸਕਦੇ ਹੋ ਵੀ ਜਿਹੜੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 90% ਤੋਂ ਜ਼ਿਆਦਾ ਕੁਰਬਾਨੀ ਦਿੱਤੀ ਹੋਵੇ, ਕੀ ਉਹ ਆਪਣੇ ਤਿਰੰਗੇ ਝੰਡੇ ਦੀ ਸ਼ਾਨ ਔਰ ਸ਼ੌਕਤ ਦੇ ਖਿਲਾਫ ਕੋਈ ਕਦਮ ਚੱਕ ਸਕਦਾ? ਅੱਜ ਦੀ ਜੇ ਗੱਲ ਕਰੀਏ ਤਾਂ ਬਹੁਤ ਗੱਲਾਂ ਉੱਠ ਰਹੀਆਂ ਕਿ ਉਸ ਜਗ੍ਹਾ ਦੇ ਉੱਤੇ ਜੇ ਗੱਲ ਕਰਦੇ ਆ, ਇੱਕ ਧਰਮ ਦਾ ਜੋ ਗੱਲ ਕਰਦੇ ਕਿ ਨਿਸ਼ਾਨ ਸਾਹਿਬ ਜੋ ਚੜਾਇਆ ਗਿਆ ਆ ਤੇ ਕਿਸਾਨੀ ਝੰਡੇ ਲਹਿਰਾਏ ਗਏ ਆ, ਉਸ ਨੂੰ ਲੈ ਕੇ ਵੀ ਗੱਲਾਂ ਉੱਠ ਰਹੀਆਂ ਕਿ ਇਹ ਕਿਤੇ ਨਾ ਕਿਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਆ ਤੇ ਇਹ ਜੋ ਉਸ ਜਗ੍ਹਾ ਦੇ ਉੱਤੇ ਲਾਲ ਕਿਲੇ ਦੇ ਉੱਤੇ ਕਬਜ਼ਾ ਕਰਨ ਲੋਕ ਪਹੁੰਚ ਗਏ। ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਮੈਂ ਫਿਰ ਉਹੀ ਗੱਲ ਦੇਖੋ ਫਜਿੰਦਰ ਜੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ, ਕੁਝ ਸ਼ਰਾਰਤੀ ਅੰਸਰਾਂ ਨੇ ਸਾਰੀ ਇਹ ਖੇਡ ਖਰਾਬ ਕੀਤੀ। ਉਹ ਚਾਹੇ ਸਰਕਾਰ ਦੇ ਇਸ਼ਾਰੇ ਤੇ ਹੋਈ, ਚਾਹੇ ਏਜੰਸੀਆਂ ਦੇ ਇਸ਼ਾਰੇ ਤੇ ਹੋਈ, ਕਿਉਂਕਿ ਜਿਹੜਾ ਜਥੇਬੰਦੀਆਂ ਵੱਲੋਂ ਇਹਦਾ ਸਿੱਧੇ ਤੌਰ ਤੇ ਜੇ ਗੱਲ ਕਰੀਏ ਤਾਂ ਦੀਪ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਆ। ਦੇਖੋ ਮੈਂ ਉਹੀ ਗੱਲ ਕਹਿਣੀ ਚਾਹੁੰਦਾ, ਚਾਹੇ 26 ਜਨਵਰੀ ਹੋਵੇ, ਚਾਹੇ 15 ਅਗਸਤ ਹੋਵੇ, ਲਾਲ ਕਿਲ੍ਹਾ ਇੱਕ ਇੱਦਾਂ ਦਾ ਸਾਡਾ ਜਗ੍ਹਾ ਵਾ ਜਿੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ। ਉਹਨੂੰ ਇੰਨਾ ਮਤਲਬ ਕਿ ਉਹਨੂੰ ਰੱਖਿਆ ਜਾਂਦਾ ਸਿਕਿਉਰ ਕਰਕੇ। ਤਾਂ ਯਾਰ ਕਿਹੜੀ ਵਿਉਂਤਬੰਦੀ ਦੇ ਨਾਲ 26 ਜਨਵਰੀ ਵਾਲੇ ਦਿਨ ਦੀਪ ਸਿੱਧੂ ਆਪਣੇ 200-400 ਸਾਥੀਆਂ ਨਾਲ ਉਸ ਪ੍ਰਾਚੀਰ ਤੇ ਪਹੁੰਚ ਜਾਂਦਾ ਜਿੱਥੋਂ ਇਹਦਾ ਇਤਿਹਾਸ ਦੁਨੀਆ ਭਰ ਦੇ ਲੋਕ ਜਾਣਦੇ ਆ ਵੀ ਇੱਥੋਂ ਸਾਡੇ ਜਿਹੜੇ ਦੇਸ਼ ਦੀ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਜੀ ਨੇ ਝੰਡਾ ਲਹਿਰਾਇਆ, ਔਰ ਉਹੀ ਪ੍ਰਥਾ ਚੱਲਦੀ ਆ ਰਹੀ ਆ। ਹੁਣ ਚਾਹੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹ ਵੀ ਉੱਥੋਂ ਝੰਡਾ ਲਹਿਰਾਉਂਦੇ ਆ। ਇਹ ਸਾਰੀ ਵਿਉਂਤਬੰਦੀ ਹੋਈ ਆ। ਸਰਕਾਰ ਨੇ ਮਿਲ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਇਹ ਸਾਰੀ ਵਿਉਂਤਬੰਦੀ ਰਚੀ ਆ, ਕਿਉਂਕਿ ਕਿਸਾਨਾਂ ਨੂੰ ਬਦਨਾਮ ਕਰਨ ਦਾ ਹੀ ਸਰਕਾਰ ਦਾ ਇੱਕ ਵਿਉਂਤਬੰਦੀ ਚਾਹੀਦੀ ਸੀ। ਉਹਨਾਂ ਨੇ ਇੱਕ ਲੂਪ ਪੁਆਇੰਟ ਚਾਹੀਦਾ ਸੀਗਾ ਬਈ ਯਾਰ ਕੁਝ ਵੀ ਇਹੋ ਜਿਹਾ ਮਿਲੇ ਜਿਹੜਾ ਅਸੀਂ ਇਹਨਾਂ ਨੂੰ ਬਦਨਾਮ ਕਰ ਸਕੀਏ, ਔਰ ਉਹ ਇਹਨਾਂ ਨੇ ਮੌਕਾ ਦਿੱਤਾ ਸਰਕਾਰ ਨੂੰ। ਅੱਜ ਜਿਹੜੀ ਆ ਸਰਕਾਰ ਇਹਨਾਂ ਦੇ ਸਿਰ ਹੋਈ ਆ, ਪੁਲਿਸ ਪ੍ਰਸ਼ਾਸਨ ਇਹਨਾਂ ਦੇ ਸਿਰ ਹੋਇਆ। ਕਹਿਣ ਤੋਂ ਮੇਰਾ ਮਤਲਬ ਕੀ ਆ ਬਈ ਜਿਹੜੇ ਖਾਲਸੇ ਦੇ ਨਿਸ਼ਾਨ ਆ, ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਝੰਡੇ ਬੁੰਗੇ ਬੁਲੰਦ ਰਹਿਣ ਸਾਡੇ ਕੌਮ ਦੇ, ਯਾਰ ਇਹ ਕਿਸੇ ਨੂੰ ਦੱਸਣ ਦੀ ਲੋੜ ਆ? ਦੁਨੀਆ ਦਾ ਇੱਦਾਂ ਦਾ ਕੋਈ ਮੁਲਕ ਦੱਸੋ ਮੈਨੂੰ ਜਿੱਥੇ ਸਾਡੇ ਸਿੱਖ ਧਰਮ ਦਾ ਝੰਡਾ ਨਹੀਂ ਲਹਿਰਾਉਂਦਾ। ਕੀ ਸਾਡਾ ਉੱਥੇ ਜਿਹੜਾ ਵਾ 26 ਜਨਵਰੀ ਵਾਲੇ ਦਿਨ ਜਿਹੜਾ ਅਸੀਂ ਰੈੱਡ ਫੋਰਟ ਤੇ ਲਾਲ ਕਿਲ੍ਹੇ ਜਾ ਕੇ ਉੱਥੇ ਝੰਡਾ ਨਿਸ਼ਾਨ ਸਾਹਿਬ ਗੱਡਿਆ, ਕੀ ਉਹਦੇ ਨਾਲ ਸਾਡੇ ਮਸਲੇ ਹੱਲ ਹੋ ਗਏ? ਬਿਲਕੁਲ ਨਹੀਂ। ਇਹ ਸਿਰਫ ਮਾਵਾਂ ਦੇ ਪੁੱਤ ਮਰਵਾਉਣ ਦੀ ਇੱਕ ਸਾਜ਼ਿਸ਼ ਸੀ ਸਰਕਾਰ ਦੀ। ਮੈਂ ਇੱਥੇ ਇਹਨੂੰ ਇਸ ਕਰਕੇ ਖੰਡਨ ਕਰਨਾ ਚਾਹੁੰਦਾ, ਚਾਹੇ ਦੀਪ ਸਿੱਧੂ ਹੋਵੇ ਚਾਹੇ ਕੋਈ ਹੋਵੇ, ਇਹ ਪੰਜਾਬੀ ਤੇ ਪੰਜਾਬੀਆਂ ਤੋਂ ਬੜੇ ਨਹੀਂ ਹੋ ਸਕਦੇ। ਇਹਨਾਂ ਦੇ ਹੁਣ ਜਿੱਦਾਂ ਫਾਈਲਾਂ ਖੁੱਲ੍ਹ ਰਹੀਆਂ ਨੇ, ਇਹ BJP RSS ਨਾਲ ਰਿਲੇਟਡ ਬੰਦੇ ਨੇ ਇਹ ਸਾਰੇ, ਔਰ ਇਹ ਪਲਾਂਟਡ ਸੀ ਸਾਰਾ ਕੁਛ ਇਹ, ਕਿਉਂਕਿ ਕੰਵਰ ਗਰੇਵਾਲ, ਹਰਸ਼ ਜਾਂ ਹੋਰ ਜਿਹੜੇ ਹਰਫ ਚੀਮਾ, ਇਹ ਸਾਰੇ ਕਲਾਕਾਰ ਮੁੰਡੇ ਵੀ ਨਾਲ ਸੀ ਉਹਦੇ। ਮੇਰੀ ਗੱਲ ਵੀ ਹੋਈ ਹੈ ਇਹਨਾਂ ਦੇ 1-2 ਲੋਕਾਂ ਦੇ ਨਾਲ। ਉਹਨਾਂ ਨੇ ਦੱਸਿਆ ਵੀ ਭਾਜੀ ਬਈ ਸਾਡੇ ਨਾਲ ਮੋਟਰਸਾਈਕਲਾਂ ਤੇ ਇੱਦਾਂ ਦੇ ਅਣਜਾਣ ਚਿਹਰੇ ਨਾਲ ਸੀਗੇ ਜਿਹੜੇ ਲਾਲ ਕਿਲ੍ਹੇ ਵੱਲ ਨੂੰ ਮੂਵ ਕਰਨ ਲਈ ਸਾਨੂੰ ਕਹਿ ਰਹੇ ਸੀਗੇ। ਸੋ ਕਹਿਣ ਤੋਂ ਮੇਰਾ ਭਾਵ ਕੀ ਆ ਵੀ ਇਹ ਬੜੀ ਵਿਉਂਤਬੰਦੀ ਦੇ ਨਾਲ ਜਿਹੜੀ ਆ ਕਿਸਾਨਾਂ ਨੂੰ ਗੁੰਮਰਾਹ ਕਰਕੇ, ਮੁੰਡਿਆਂ ਨੂੰ, ਯੂਥ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ ਵਾਲੇ ਪਾਸੇ ਮੂਵ ਕੀਤਾ ਗਿਆ, ਤਾਂ ਜੋ ਜਦੋਂ ਉੱਥੇ ਜਾਵਾਂਗੇ ਤਾਂ ਪੁਲਿਸ ਫਿਰ ਲਾਠੀ ਚਾਰਜ ਵੀ ਕਰੂਗੀ, ਅਥਰੂ ਗੈਸ ਦੇ ਗੋਲੇ ਵੀ ਛੱਡੂਗੀ। ਹਾਲੇ ਤਾਂ ਸ਼ੁਕਰ ਮਨਾਓ ਤੁਸੀਂ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ, ਵੀ ਉੱਥੇ ਫਾਇਰਿੰਗ ਨਹੀਂ ਹੋਈ ਜਾਂ ਸਾਡੇ ਮੁੰਡਿਆਂ ਨੇ ਬਾਹਲੀ ਉੱਥੇ ਭੰਨ ਤੋੜ ਨਹੀਂ ਕੀਤੀ। ਨਹੀਂ ਤਾਂ ਇਹ ਜਿਹੜੇ ਅੱਜ ਸਾਡੇ ਕਿਸਾਨ, ਜਿਹੜੇ ਜੁਝਾਰੂ ਸਾਡੇ ਲੀਡਰਸ਼ਿਪ ਸੋਚੀ ਸਮਝੀ ਰਣਨੀਤੀ ਦੇ ਤਹਿਤ ਉੱਥੇ ਜਿਹੜੀ ਸਾਰੀ ਮੂਵਮੈਂਟ ਚਲਾ ਰਹੇ ਸੀ, ਉਹਨਾਂ 'ਤੇ ਇੱਕ ਬਹੁਤ ਵੱਡਾ ਬਲੈਕ ਸਪੌਟ, ਕਾਲਾ ਧੱਬਾ ਲਾਉਣ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ। ਕਿਉਂਕਿ ਇਹ ਜਿਹੜੀਆਂ ਦੇਖੋ ਸਰਕਾਰਾਂ ਹੁੰਦੀਆਂ ਨੇ, ਇਹਨਾਂ ਨੇ ਮੂਵਮੈਂਟ ਫੇਲ ਕਰਨ ਦੇ ਇਹਨਾਂ ਕੋਲੇ ਹਰੇਕ ਸਾਧਨ ਹੁੰਦੇ ਆ। ਹੁਣ ਜੇ ਗੱਲ ਕਰਦੇ ਆ ਕਰੀਬ ਕੱਲ ਦੀ ਗੱਲ ਕਰਦੇ, ਗਾਜ਼ੀਪੁਰ ਬਾਰਡਰ ਦੇ ਉੱਤੇ ਜੋ ਰਾਕੇਸ਼ ਟਕੈਤ ਕਿਸਾਨ ਜਥੇਬੰਦੀਆਂ ਦੇ ਜੋ ਆਗੂ ਨੇ, ਉਹਨਾਂ ਨੂੰ ਅਰੈਸਟ ਕਰਨ ਦੇ ਲਈ ਜੋ ਪ੍ਰਸ਼ਾਸਨ ਵੱਲੋਂ ਮਿਹਨਤ ਕੀਤੀ ਗਈ, ਪਰ ਉੱਥੇ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਗ੍ਰਿਫਤਾਰੀ ਨਹੀਂ ਦਊਂਗਾ, ਮੈਂ ਮਰ ਜਾਊਂਗਾ। ਤੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਸਮਰਥਕ ਵੀ ਉਹਨਾਂ ਦੇ ਨਾਲ ਜੁੜੇ ਰਹੇ ਤੇ ਲੋਕ ਗੱਲ ਕਰਦੇ, ਨੈਸ਼ਨਲ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ ਸੀਗਾ ਕਿ ਕਰੀਬ ਮੁੱਠੀ ਭਰ ਲੋਕ ਨੇ ਉੱਥੇ, ਪਰ ਉਸ ਤੋਂ ਬਾਅਦ ਉਹ ਲੋਕ ਵੀ ਉੱਥੇ ਆਉਣੇ ਸ਼ੁਰੂ ਹੋ ਗਏ, ਜਿਸ ਨੂੰ ਦੇਖਦੇ ਆ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ। ਔਰ ਅੱਜ ਦੀ ਅਗਰ ਗੱਲ ਕਰਦੇ ਆ, ਅੱਜ ਸਿੰਘੂ ਬਾਰਡਰ ਦੇ ਉੱਤੇ ਪੂਰੇ ਤਣਾਅਪੂਰਨ ਮਾਹੌਲ ਬਣ ਰਿਹਾ, ਉੱਥੇ ਲਾਠੀ ਚਾਰਜ ਹੋ ਰਿਹਾ ਆ, ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਬੜੀ ਇਹ ਵਾਜਬ ਜੀ ਗੱਲ ਆ। ਮੈਂ ਰਾਤੀ ਵੀ 3 ਵਜੇ ਤੱਕ ਲਾਈਵ ਸਾਰਾ ਦੇਖਿਆ ਗਾਜੀਪੁਰ ਵਾਲਾ ਇੰਸੀਡੈਂਟ ਜਿਹੜਾ ਹੋਇਆ। ਰਾਕੇਸ਼ ਟਕੈਤ ਜੀ ਨੇ ਜਦੋਂ ਭਾਵੁਕ ਹੋ ਕੇ ਅਪੀਲ ਕੀਤੀ, ਰੋ ਰਹੇ ਸੀ ਉਹ ਸਟੇਜ ਤੋਂ ਬੈਠੇ, ਕਿਉਂਕਿ 50 60 70 ਦੇ ਕਰੀਬ ਬੰਦੇ ਰਹਿ ਗਏ ਸਾਰੇ ਉੱਥੇ। ਉਹ ਸਾਰਿਆਂ ਨੇ ਆਪਣਾ ਤਗਾ ਤਮਾੜੀਆਂ ਚੱਕ ਲਿਆ ਸੀ ਵੀ ਵਾਪਸ ਚੱਲੀਏ। ਤੇ ਕਿਉਂਕਿ ਇੱਕ ਉੱਥੇ ਮੁੰਡੇ ਦੀ ਡੈਥ ਵੀ ਹੋਈ ਆ, ਉਹ ਵੀ ਯੂਪੀ ਨੂੰ ਬਿਲੋਂਗ ਕਰਦਾ ਸੀ, ਜਿਹੜਾ ਟਰੈਕਟਰ ਪਲਟਿਆ ਉਦੋਂ 26 ਤਰੀਕ ਨੂੰ, ਤਾਂ ਮੁੰਡਾ ਐਟ ਦੀ ਸਪੋਟ ਹੀ ਉਹ ਡੈੱਡ ਹੋ ਗਿਆ, ਉਹਦਾ ਵੀ ਸੰਸਕਾਰ ਸੀਗਾ। ਸੋ ਕਹਿਣ ਤੋਂ ਮੇਰਾ ਮਤਲਬ ਕੀ ਆ ਵੀ ਰਾਕੇਸ਼ ਟਕੈਤ, ਇਹਨਾਂ ਦੇ ਪਿਤਾ ਜੀ ਸਵਰਗੀ ਮਹਿੰਦਰ ਸਿੰਘ ਟਕੈਤ, ਇਹ ਹਮੇਸ਼ਾ ਕਿਸਾਨੀ ਦੇ ਨਾਲ ਜੁੜੇ ਹੋਏ ਸੰਘਰਸ਼ ਦੇ ਵਿੱਚ ਹਮੇਸ਼ਾ ਇਹਨਾਂ ਨੇ ਲੀਡ ਕੀਤਾ, ਔਰ ਉਹ ਕਿਤੇ ਨਾ ਕਿਤੇ ਉਹ ਖੂਨ ਜਿਹੜਾ ਵਾ ਉਬਾਲਾ ਖਾਧਾ ਦੁਆਰਾ ਰਾਕੇਸ਼ ਟਕੈਤ ਦਾ। ਜਦੋਂ ਉਹਨਾਂ ਨੇ ਭਾਵੁਕ ਹੋ ਕੇ ਅਪੀਲ ਕੀਤੀ ਤਾਂ ਖਾਲੀ ਯੂਪੀ ਨਹੀਂ, ਜਿਹੜਾ ਵੀ ਉੱਪਰ ਉੱਤਰਾਖੰਡ ਦਾ ਏਰੀਆ, ਹਰਿਆਣੇ ਦਾ, ਪੰਜਾਬ ਦਾ, ਇੱਥੋਂ ਲੋਕਾਂ ਨੇ ਰਾਤੋਂ ਰਾਤ ਹੀ ਜਿਹੜਾ ਵਾ ਫਿਰ ਦੁਬਾਰਾ ਕੂਚ ਕਰਤਾ ਗਾਜੀਪੁਰ ਵਾਲੇ ਪਾਸੇ। ਹੋਇਆ ਕੀ, ਪੁਲਿਸ ਨੇ ਧਿਆਨ ਭਟਕਾਇਆ। ਪਹਿਲਾਂ ਉੱਥੇ ਡਿਪਲੋਇਮੈਂਟ ਸੀ, ਬਹੁਤ ਵੱਡੀ ਤਾਦਾਦ 'ਚ ਪੁਲਿਸ ਉੱਥੇ ਸੀ ਗਾਜੀਪੁਰ, ਜਦੋਂ 70-80 100 ਬੰਦੇ ਸੀ। ਐਂ ਲੱਗ ਰਿਹਾ ਸੀਗਾ ਵੀ ਹੁਣ ਵੀ ਇਹ ਹਮਲਾ ਕਰਨਗੇ ਤਾਂ ਇਹਨਾਂ ਨੂੰ ਚੱਕ ਕੇ ਅਰੈਸਟ ਕਰ ਲੈਣਗੇ। ਲੇਕਿਨ ਇਨ ਬਿਟਵੀਨ ਕੀ ਹੋਇਆ ਵੀ 2 BJP ਦੇ ਵਿਧਾਇਕ ਉੱਥੇ ਪਹੁੰਚੇ, ਇੱਕ ਲੋਨੀ ਦਾ ਸੀ, ਇੱਕ ਸਦਰ ਦਾ,
ਇਹਨਾਂ ਨੇ ਆ ਕੇ ਉੱਥੇ ਬਦਤਮੀਜ਼ੀ ਕੀਤੀ ਔਰ ਉੱਥੇ ਲੋਕਾਂ ਨੂੰ ਇਹਨਾਂ ਨੇ ਮਤਲਬ ਕਿ ਜਿਹਨੂੰ ਕਹਿ ਦਈਏ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀ ਗੁੱਸਾ ਸੀ ਰਕੇਸ਼ ਟਕੈਤ 'ਚ ਵੀ ਮੈਨੂੰ ਤੁਸੀਂ ਅਰੈਸਟ ਕਰ ਲਓ, ਮੈਂ ਅਰੈਸਟ ਹੋ ਜਾਊਂਗਾ ਜੇ ਤੁਸੀਂ ਮੇਰੇ ਤੇ ਪਰਚਾ ਪਾਇਆ ਵਾ। ਵੀ ਮੇਰੀ ਆ ਜਿਹੜੀ ਲੋਕ ਬੈਠੇ ਨੇ ਇਹ ਸੁਰੱਖਿਅਤ ਘਰਾਂ ਨੂੰ ਕਿਵੇਂ ਜਾਣਗੇ, ਇਸ ਕਰਕੇ ਪਹਿਲਾਂ ਉਹਨਾਂ ਤੇ ਕਾਰਵਾਈ ਕਰੋ ਜਿਹੜੇ ਸਾਨੂੰ ਇੱਥੇ ਆ ਕੇ ਧਮਕਾ ਕੇ ਗਏ ਆ, ਬੀਜੇਪੀ ਦੇ ਜਿਹੜੇ ਵਿਧਾਇਕ ਸੀਗੇ। ਸੋ ਜਦੋਂ ਉਹਨਾਂ ਨੇ ਇਹ ਅਪੀਲ ਕੀਤੀ ਤਾਂ ਲੋਕਾਂ ਦੇ ਵਿੱਚ ਫਿਰ ਇੱਕ ਵਾਰੀ ਉਹ ਖੂਨ ਵਾਲਾ ਖਾਧਾ ਲੋਕਾਂ ਦਾ। ਉਹ ਲੋਕ ਰਾਤੋਂ ਰਾਤ ਜਿਹੜੇ ਮੈਂ ਸਮਝਦਾ ਵੀ ਉੱਥੇ ਹਜ਼ਾਰਾਂ ਦੀ ਤਾਦਾਦ 'ਚ ਲੋਕ ਗਾਜੀਪੁਰ ਜਿਹੜਾ ਉੱਥੇ ਧਰਨਾ ਚੱਲ ਰਿਹਾ ਉਹ 'ਚ ਸ਼ਾਮਲ ਹੋ ਗਏ। ਔਰ ਉਹ ਦੂਏ ਦਿਨ ਸਵੇਰੇ ਕੀ ਹੋਇਆ, ਜਿਹੜੇ ਆਲੇ ਦੁਆਲੇ ਦੇ ਕੋਈ ਬੀਜੇਪੀ ਦੇ RSS ਦੇ ਲੋਕ ਸੀਗੇ 100 150 ਜਿੰਨੇ ਵੀ ਆ, ਉਹਨਾਂ ਨੇ ਆ ਕੇ ਨਾਅਰੇਬਾਜ਼ੀ ਸ਼ੁਰੂ ਕਰਤੀ ਵੀ ਸਿੰਘੂ ਬਾਰਡਰ ਖਾਲੀ ਕਰੋ। ਯਾਰ ਜਦੋਂ 2 ਮਹੀਨੇ ਤੋਂ ਉੱਥੇ ਲੋਕ ਬੈਠੇ ਨੇ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ, ਕਿਸੇ ਦਾ ਇੱਕ ਕਹਿ ਦਈਏ ਨਾ ਵੀ ਜਿਵੇਂ ਇੱਕ ਦਰਖਤ ਦਾ ਇੱਕ ਟਹਿਣੀ ਨਹੀਂ ਟੁੱਟੀ ਕਿਸੇ ਦੀ, ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਚੱਲ ਰਿਹਾ। ਤਾਂ ਹੁਣ 2 ਦਿਨ 'ਚ ਕੀ ਹੋ ਗਿਆ? ਤੁਹਾਨੂੰ ਕੀ ਲੱਗਦਾ ਕਿ ਇਹ ਜੋ ਮਾਹੌਲ ਆ, ਕਿਉਂ ਮਾਹੌਲ ਇੰਨਾ ਭੜਕ ਰਿਹਾ, ਕਿਉਂ ਇਹ ਜੋ ਜਿਸ ਤਰੀਕੇ ਦਾ ਅੱਜ ਮਾਹੌਲ ਬਣ ਰਿਹਾ, ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ਾਂ ਵੀ? ਬਹੁਤ ਵੱਡੀ ਸਾਜ਼ਿਸ਼ ਆ। ਇਹ ਜਿਹੜੀ ਕੇਂਦਰ ਦੀ ਸਰਕਾਰ ਆ, ਖਾਸ ਕਰਕੇ ਜਿਹੜੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ, ਇਹਨਾਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ। ਇਹ ਜਦੋਂ ਗੁਜਰਾਤ 'ਚ ਵੀ ਰਹੇ ਆ, ਦੋਨੋਂ ਜੋੜੀ ਇਕੱਠੀ ਸੀ ਇਹਨਾਂ ਦੀ, ਉਦੋਂ ਵੀ ਇਹਨਾਂ ਨੇ ਕੀ ਉੱਥੇ ਗੰਦ ਪਾਇਆ ਗੁਜਰਾਤ 'ਚ, ਉਹੀ ਕੁਛ ਦੇਸ਼ 'ਚ ਵਾਪਰ ਰਿਹਾ। ਇਹ ਲੋਕਾਂ ਨੂੰ ਸਮਝ ਆਣੀ ਚਾਹੀਦੀ ਆ, ਕਿਉਂਕਿ ਸੁਪਰੀਮ ਕੋਰਟ ਨੂੰ ਵੀ ਇਹਨਾਂ ਨੇ ਕਬਜ਼ੇ 'ਚ ਲਿਆ ਹੋਇਆ। ਲੇਕਿਨ ਉਸ ਦਿਨ ਕੁਛ ਇੱਦਾਂ ਦੇ ਜੱਜਸ ਬੈਠੇ ਸੀ ਉੱਥੇ ਮਾਣਯੋਗ ਸੁਪਰੀਮ ਕੋਰਟ 'ਚ, ਉਹਨਾਂ ਨੇ ਸਾਫ਼ ਕਹਿਤਾ ਸੀ ਸਰਕਾਰ ਦੇ ਨੁਮਾਇੰਦਿਆਂ ਨੂੰ, AG ਨੂੰ ਸਾਫ਼ ਕਹਿਤਾ ਸੀਗਾ ਵੀ ਭਾਈ ਜਿੰਨੀ ਦੇਰ ਤੱਕ ਇਹ ਸ਼ਾਂਤਮਈ ਢੰਗ ਨਾਲ ਬੈਠੇ ਆ, ਇਹਨਾਂ ਦਾ ਫੰਡਾਮੈਂਟਲ ਰਾਈਟ ਆ, ਸੰਵਿਧਾਨ ਦੇ ਤਹਿ ਤੇ ਬੈਠ ਕੇ ਜੇ ਆਪਣਾ ਧਰਨਾ ਪ੍ਰਦਰਸ਼ਨ ਕਰਦੇ ਆ ਤਾਂ ਅਸੀਂ ਇਹ 'ਚ ਇਹਨਾਂ ਨੂੰ ਕੋਈ ਆਰਡਰ ਨਹੀਂ ਦੇ ਸਕਦੇ ਵੀ ਤੁਸੀਂ ਇਹਨਾਂ ਨੂੰ ਇੱਥੋਂ ਹਲਾਓ। ਲੇਕਿਨ ਹੁਣ ਉਹ ਸਰਕਾਰ ਜਿਹੜੀ ਆ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ, ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਹਰ ਜਾ ਕੇ ਧੱਕੇਸ਼ਾਹੀ ਕਰ ਰਹੀ ਆ। ਔਰ ਧੱਕੇਸ਼ਾਹੀ ਦਾ ਜਿਹੜਾ ਵਾ ਫਿਰ ਉਬਾਲ ਤਾਂ ਆਣਾ ਹੀ ਆਣਾ ਵਾ। ਇਸ ਕਰਕੇ ਜਿਹੜਾ ਅੱਜ ਵੀ ਸਿੰਘੂ ਬਾਰਡਰ ਦੇ ਉੱਪਰ ਜਿਹੜਾ ਇਹ ਲੋਕਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਦਿੱਲੀ ਪੁਲਿਸ ਵੱਲੋਂ ਜਾਂ ਉੱਥੇ ਦੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਵੱਲੋਂ, RSS ਦੇ BJP ਦੇ ਕਾਰਕੁਨਾਂ ਵੱਲੋਂ, ਇਹਦਾ ਦੇਖੋ ਇਹ ਗਲਤ ਆ। ਔਰ ਜਿਹੜੇ ਸਾਡੇ ਪੰਜਾਬੀ ਭਰਾ ਉੱਥੇ ਬੈਠੇ ਨੇ, ਹਰਿਆਣੇ ਵਾਲੇ ਲੋਕ ਬੈਠੇ ਨੇ, ਹੋਰ ਸਟੇਟਾਂ ਵਾਲੇ ਬੈਠੇ ਨੇ, ਯਾਰ ਉਹ ਆਪਣਾ ਹੱਕ ਲੈਣ ਲਈ ਬੈਠੇ ਆ, ਉਹਨਾਂ ਦਾ ਫੰਡਾਮੈਂਟਲ ਰਾਈਟ ਆ। ਇਸ ਕਰਕੇ ਇਹਨੂੰ ਤੁਸੀਂ ਜ਼ਿਆਦਾ ਜਿਹੜਾ ਵਾ ਹਵਾ ਨਾ ਦੇਵੇ ਸਰਕਾਰ। ਜੇ ਪੰਜਾਬ ਦਾ ਨਹੀਂ, ਜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਹੋਈ ਤਾਂ ਉਹਦੀ ਸ਼ੁਰੂਆਤ ਜਿਹੜੀ ਆ ਫਿਰ ਉੱਥੋਂ ਹੋਣੀ ਆ, ਫਿਰ ਇਹਨਾਂ ਨੂੰ ਸਾਂਭਣਾ ਔਖਾ ਹੋ ਜਾਣਾ। ਇਸ ਕਰਕੇ ਪੰਜਾਬ ਤਾਂ ਪਹਿਲਾਂ ਹੀ ਸਾਡਾ ਕਾਲੇ ਦੌਰ 'ਚੋਂ ਗੁਜ਼ਰਿਆ ਹੋਇਆ, ਬੜੀ ਮੁਸ਼ਕਲ ਦੇ ਨਾਲ ਇੱਥੇ ਸ਼ਾਂਤੀ ਆਈ ਹੈ ਦੁਬਾਰਾ। ਸੋ ਇਹ ਜਿਹੜੀਆਂ ਤਾਕਤਾਂ ਨੇ, ਜਿਹੜੀਆਂ ਏਜੰਸੀਆਂ ਨੇ, ਇਹਨਾਂ ਨੇ ਸਾਰੀ ਖੇਡ ਖਰਾਬ ਕੀਤੀ ਆ। ਔਰ ਖਾਸ ਕਰਕੇ ਦੀਪ ਸਿੱਧੂ ਜਿਹੜਾ ਮੁੰਡਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੇ ਰਿਲੇਸ਼ਨ ਸਨੀ ਦਿਓਲ ਦੇ ਨਾਲ, ਦਿਓਲ ਫੈਮਿਲੀ ਦੇ ਨਾਲ, ਪ੍ਰਧਾਨ ਮੰਤਰੀ ਨਾਲ ਵੀ ਫੋਟੋਆਂ ਉਹਦੀਆਂ, ਔਰ ਉਹਨੇ 1-2 ਫਿਲਮਾਂ ਵੀ ਬਣਾਈਆਂ, ਉਸਨੇ ਐਕਟਰ ਵੀ ਆ ਮੁੰਡਾ ਉਹ। ਤੇ ਉਹ ਨੈਚੁਰਲੀ ਤੌਰ ਤੇ ਜਦੋਂ ਇਹ ਕੋਈ ਮਤਲਬ ਕਿ ਜਿਹਨੂੰ ਕਹਿ ਦਈਏ ਸੈਲੀਬ੍ਰਿਟੀ ਅੱਗੇ ਲੱਗਦਾ ਵਾ ਤਾਂ ਯੂਥ ਉਹਨੂੰ ਜਿਹੜਾ ਫੋਲੋ ਕਰਦਾ। ਤਾਂ ਉਹਦੇ ਕਹਿਣ ਦੇ ਮੁਤਾਬਕ ਹੀ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਯਾਰ ਜੇ 26 ਜਨਵਰੀ ਵਾਲੇ ਦਿਨ ਜਿੱਥੇ ਚਿੜੀ ਨਹੀਂ ਪਰ ਮਾਰ ਸਕਦੀ ਆਮ ਦਿਨਾਂ 'ਚ, ਉਹ ਦੀਪ ਸਿੱਧੂ ਕਿਵੇਂ ਉੱਥੇ ਪਹੁੰਚ ਗਿਆ? ਇਹ ਬਹੁਤ ਵੱਡਾ ਸਵਾਲ ਆ ਵੀ ਦੀਪ ਸਿੱਧੂ ਆਪਣੇ 500-700 ਲੋਕਾਂ ਦੇ ਨਾਲ ਕਿਵੇਂ ਉਸ ਜਗ੍ਹਾ ਤੇ ਪਹੁੰਚ ਗਿਆ। ਹਾਲਾਂਕਿ ਨਿਸ਼ਾਨ ਸਾਹਿਬ ਝੁਲਾਣੇ, ਉਹ ਇੱਕ ਮੇਰੇ ਵਾਂਗੂ ਕਲੀਨ ਸ਼ੇਵ ਮੁੰਡਾ, ਉਹ ਐਂ ਹੀ ਬਾਲ ਰੱਖਿਆ। ਕੋਈ ਜੇ ਐਡੀ ਸਿੱਖੀ ਦੀਆਂ ਗੱਲਾਂ ਕਰਦਾ ਤਾਂ ਫਿਰ ਉਹ ਅੰਮ੍ਰਿਤ ਛਕੇ, ਪੂਰਾ ਸਿੰਘ ਸਜੇ, ਗੁਰਦੁਆਰੇ ਦੀ ਕਿਤੇ ਸੇਵਾ ਕਰੇ ਤਾਂ ਇਹਨੂੰ ਪਤਾ ਲੱਗੇ ਵੀ ਸਿੱਖੀ ਐਕਚੁਅਲੀ 'ਚ ਹੈ ਕੀ ਆ। 2-4 ਕਿਤਾਬਾਂ ਪੜ੍ਹ ਕੇ ਇਹ ਸਿੱਖੀ ਦੇ ਬਾਰੇ ਲੋਕਾਂ ਨੂੰ ਜਿਹੜਾ ਵਰਗਲਾ ਰਿਹਾ ਨਾ, ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਔਰ ਇਹ RSS ਦੇ ਜਿਹੜਾ ਵਾ ਮੁੱਠ 'ਚ ਆਇਆ ਹੋਇਆ ਇਹ ਨੌਜਵਾਨ। ਔਰ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਉਹਨੂੰ ਪ੍ਰਮਾਤਮਾ ਸਦਬੁੱਧੀ ਬਖਸ਼ੇ, ਕਿਉਂਕਿ ਇਹ ਜਿਹੜੀ ਟੀਮ ਆ ਇਹਨਾਂ ਨੇ ਜਿਹੜਾ ਖਰਾਰਾ ਪਾਇਆ ਉਹਦੇ ਨਾਲ ਜਿਹੜੇ ਸਾਡੇ ਜਿਹਨੂੰ ਕਹਿ ਦਈਏ ਵੀ ਸਿਰ ਕੱਢ ਆਗੂ ਦੇਸ਼ ਭਰ ਦੇ ਉੱਥੇ ਇਸ ਅੰਦੋਲਨ ਦੀ ਜਿਹੜੀ ਪੈਰਵੀ ਕਰ ਰਹੇ ਸੀਗੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਇਸ ਘਟਨਾ ਦੇ ਨਾਲ ਜਿਹੜਾ ਸਿਰ ਨੀਵਾਂ ਹੋਇਆ, ਉਹਦੇ ਨਾਲ ਪੰਜਾਬ ਔਰ ਸਾਰੇ ਦੇਸ਼ ਦੇ ਕਿਸਾਨ ਜਥੇਬੰਦੀਆਂ ਦਾ ਸਿਰ ਨੀਵਾਂ ਹੋਇਆ। ਤੇ ਇਸ ਅੰਦੋਲਨ ਦੀ ਅਗਰ ਗੱਲ ਕਰਦੇ ਆ, ਕਿਸਾਨ ਜਥੇਬੰਦੀਆਂ ਦੇ ਉੱਤੇ FIR ਹੋਈ ਆ ਔਰ ਉਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ ਗਿਆ ਆ। 3 ਦਿਨ ਦੇ ਵਿੱਚ ਉਹ ਆਪਣਾ ਆਪਣਾ ਪੱਖ ਰੱਖਣ ਦੀ ਉਹਨਾਂ ਨਾਲ ਗੱਲ ਕੀਤੀ ਗਈ ਆ। ਕੀ ਲੱਗਦਾ ਇਸ ਪਿੱਛੇ ਤੁਹਾਨੂੰ ਕਿ ਅੰਦੋਲਨ ਨੂੰ ਕਿਸ ਤਰੀਕੇ ਕਮਜ਼ੋਰ ਕੀਤਾ ਜਾਊਗਾ ਜਾਂ ਇਹਨੂੰ ਖਤਮ ਕੀਤਾ ਜਾਊਗਾ? ਕਿਉਂਕਿ ਗੱਲ ਕਰਦੇ ਜਦੋਂ ਸ਼ਾਹੀਨ ਬਾਗ ਬਣਿਆ ਸੀਗਾ, ਸ਼ਾਹੀਨ ਬਾਗ ਵੀ ਬਿਲਕੁਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ, ਪਰ ਉਸ ਵਿੱਚ ਵੀ ਕੁਝ ਲੋਕ ਰਿਵਾਲਵਰ ਲੈ ਕੇ ਵੀ ਪਹੁੰਚ ਚੁੱਕੇ ਸੀਗੇ। ਉਸ ਅੰਦੋਲਨ, ਉਹ ਵੀ ਅੰਦੋਲਨ ਇੱਕ ਤਰੀਕੇ ਨਾਲ ਖਤਮ ਹੋਇਆ ਆ। ਕੀ ਲੱਗਦਾ ਤੁਹਾਨੂੰ ਕਿ ਇਹ ਵੀ ਉਸੇ ਸ਼ਾਹੀਨ ਬਾਗ ਦੀ ਤਰ੍ਹਾਂ ਇਹਨੂੰ ਖਤਮ ਕੀਤਾ ਜਾਊਗਾ? ਇਹਨਾਂ ਨੂੰ ਪਤਾ ਨਹੀਂ ਪੰਜਾਬੀਆਂ ਦਾ, ਜਿਹੜੀ ਕੇਂਦਰ ਦੀ ਸਰਕਾਰ ਆ ਨਾ, ਇਹਨਾਂ ਨੂੰ ਏਜੰਸੀ ਵਾਲਿਆਂ ਨੇ ਦੱਸਤਾ ਹੋਣਾ ਵੈਸੇ
ਵੀ ਇਹ ਪੰਜਾਬੀ ਜਿਹੜੇ ਆ ਇਹ ਦਿਲੋਂ ਪਿਆਰ ਵੀ ਬਹੁਤ ਕਰਦੇ ਆ, ਪਰ ਲੇਕਿਨ ਜੇ ਪੰਜਾਬੀਆਂ ਨੇ ਮੂਵਮੈਂਟ ਵਿੱਢੀ ਆ, ਪੰਜਾਬ ਨੂੰ ਮੂਹਰੇ ਲੱਗਿਆ ਦੇਖ ਕੇ ਸਾਰਾ ਦੇਸ਼ ਉਹਨਾਂ ਦੇ ਮਗਰ ਹੋ ਲਿਆ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਮੇਰੀ ਗੱਲ ਸੁਣੋ, ਜਦੋਂ ਧਰਨੇ ਪ੍ਰਦਰਸ਼ਨ ਹੁੰਦੇ ਆ, ਕਿਸੇ ਸਰਕਾਰ ਨੇ ਤੁਹਾਡੇ ਤਮਗੇ ਨਹੀਂ ਪਾਣੇ ਹੈਗੇ, ਉਹ ਤੁਹਾਡੇ ਤੇ ਪਰਚੇ ਹੀ ਹੋਣੇ ਨੇ। ਉਹ ਪਰਚਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ। ਹੁਣ ਜੇ 17-18 ਜਥੇਬੰਦੀਆਂ ਦੇ ਪਰਚੇ ਹੋ ਗਏ, ਉਹਨਾਂ ਦੇ ਜਿਹੜੀ ਲੀਡਰਸ਼ਿਪ ਸੀ ਉਹਨਾਂ ਦੇ ਪਰਚੇ ਹੋ ਗਏ। ਇਹ ਲੋਕ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈਗੇ, ਜਿਹੜੇ ਘਰ-ਬਾਰ ਯਾਰ ਛੱਡੀ ਬੈਠੇ ਆਪਣਾ। ਅੱਜ ਤਾਂ ਗੱਲ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਫਸਲਾਂ ਬਚਾਉਣ ਦੀ ਲੜਾਈ ਨਹੀਂ ਆ, ਆਉਣ ਵਾਲੀਆਂ ਨਸਲਾਂ ਨੂੰ ਕਿੱਦਾਂ ਬਚਾਉਣਾ ਉਹਦੀ ਲੜਾਈ ਹੈ। ਇਹ ਖਾਲੀ ਕਾਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ। ਇਹ ਜਿਹੜਾ ਟ੍ਰੇਡ ਬਿੱਲ ਐਕਚੁਅਲੀ ਇਹ ਇੱਕ ਸਟੇਟ ਦਾ ਸਬਜੈਕਟ ਸੀਗਾ। ਕੇਂਦਰ ਸਰਕਾਰ ਨੇ ਧੱਕੇ ਨਾਲ ਆਪਣੇ ਵਾਲੇ ਪਾਸਿਓਂ ਇਹਨੂੰ ਲਿਆ ਕੇ ਔਰ ਇਹਨੂੰ ਧੱਕੇ ਨਾਲ ਹੀ ਪਾਸ ਕੀਤਾ ਦੋਨੋਂ ਹਾਊਸਾਂ 'ਚ, ਰਾਜ ਸਭਾ 'ਚ ਵੀ ਪਾਰਲੀਮੈਂਟ ਦੇ ਵਿੱਚ ਵੀ। ਇਹ ਵੀ ਇਹਦੀ ਇੱਕ ਸਾਜ਼ਿਸ਼ ਦਾ ਹਿੱਸਾ ਵਾ। ਸੋ ਜਿਹੜਾ 26 ਜਨਵਰੀ ਵਾਲਾ ਇੰਸੀਡੈਂਟ ਹੋਇਆ, ਬਹੁਤ ਮੰਦਭਾਗੀ ਘਟਨਾ, ਸਾਡੇ ਦੇਸ਼ ਤੇ ਇੱਕ ਇਹ ਧੱਬਾ ਲੱਗਿਆ ਵਾ। ਯਾਰ ਸਿੱਖੀ ਦੇ ਨਿਸ਼ਾਨ ਸਾਹਿਬ ਤਾਂ ਸਦਾ ਝੁੱਲਦੇ ਰਹਿਣੇ ਔਰ ਝੁੱਲਦੇ ਰਹਿਣਗੇ। ਆ ਦੀਪ ਸਿੱਧੂ ਵਰਗੇ ਮੈਂ ਸਮਝੂੰਗਾ ਵੀ ਇੱਕ ਕੋਡੀ ਦਾ ਬੰਦਾ ਜਿਹੜਾ ਇਹ ਸਿੱਖੀ ਦੇ ਬਾਰੇ ਗੱਲ ਕਰ ਰਿਹਾ ਔਰ ਲੋਕਾਂ ਨੂੰ ਵਰਗਲਾ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹਨਾਂ ਦੇ ਇਤਿਹਾਸ ਦੇ ਬਾਰੇ ਗੱਲ ਕਰ ਰਿਹਾ। ਉਦੋਂ ਦਾ ਤਾਂ ਇਹਦਾ ਜਨਮ ਵੀ ਨਹੀਂ ਹੋਣਾ ਜਦੋਂ ਉਹ ਕਾਂਡ ਹੋਇਆ ਸੀ 84 ਵਾਲਾ। ਕੀ ਇਹ 84 ਨੂੰ ਦੁਬਾਰਾ ਦੁਹਰਾਉਣਾ ਚਾਹੁੰਦੇ ਨੇ ਇਹ ਲੋਕ? ਬੜੀ ਯਾਰ ਨਮੋਸ਼ੀ ਵਾਲੀ ਗੱਲ ਆ ਵੀ ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਇਹ। ਇਸ ਕਰਕੇ ਮੈਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ, ਉਹ ਯਾਰ ਤੁਸੀਂ ਉਸ ਮੂਵਮੈਂਟ ਦਾ ਧਿਆਨ ਕਰੋ, ਉਹਨਾਂ ਬਜ਼ੁਰਗਾਂ ਦਾ ਧਿਆਨ ਕਰੋ ਜਿਹੜੇ ਠੰਡ ਦੇ ਵਿੱਚ ਤੁਹਾਡਾ ਉੱਥੇ ਸਾਥ ਦੇ ਰਹੇ ਨੇ। ਭਰੀ ਮੀਂਹ ਦੇ ਵਿੱਚ ਕਿੰਨੀਆਂ ਬਾਰਿਸ਼ਾਂ ਹੋਈਆਂ, ਕਿੰਨਾ ਠੰਡਾ ਮੌਸਮ ਸੀ ਪਿੱਛੇ ਜੇ। ਸਾਡੇ ਜਿਹੜੇ ਨੌਜਵਾਨ ਤਾਂ ਸੀਗੇ ਹੀ ਸੀਗੇ, ਕਿਸਾਨਾਂ ਦੇ ਜਿਹੜੇ ਬਜ਼ੁਰਗ ਲੋਕ ਸਾਡੇ ਉੱਥੇ ਤੁਹਾਡੇ ਨਾਲ ਬੈਠੇ ਯਾਰ, ਉਹਨਾਂ ਦੀ ਚਿੱਟੀਆਂ ਦਾੜੀਆਂ ਦੇ ਤੁਸੀਂ ਖਿਆਲ ਕਰ ਲਓ ਮਾੜਾ ਮੋਟਾ। ਕਿਹਨੇ ਤੁਹਾਨੂੰ ਕਿਹਾ ਵੀ ਤੁਸੀਂ ਉੱਥੇ ਜਾਓ? ਜਿਹੜਾ ਤੁਹਾਨੂੰ ਰੂਟ ਦਿੱਤਾ ਸਰਕਾਰ ਨੇ, ਜਿਹੜਾ ਤੁਹਾਨੂੰ ਦਿੱਲੀ ਪੁਲਿਸ ਨੇ ਰੂਟ ਦਿੱਤਾ, ਤੁਸੀਂ ਉਸ ਰੂਟ ਨੂੰ ਫਾਲੋ ਕਰਦੇ, ਉਸ ਰੂਟ ਨੂੰ ਫਾਲੋ ਕਰਕੇ ਆਪਣੀ ਪਰੇਡ ਕਰਕੇ ਵਾਪਸ ਆ ਜਾਂਦੇ। ਮੈਂ ਤਾਂ ਇਹ ਵੀ ਸੁਝਾਅ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਜੋ ਲੋਕ ਅਲੱਗ ਹੋਏ ਆ ਉਹਨਾਂ ਦੇ ਉੱਤੇ ਪਰਚੇ ਕਰ ਦਿੱਤੇ ਜਾਣ। ਸਾਨੂੰ ਕੋਈ ਇਤਰਾਜ਼ ਨਹੀਂ, ਬਿਲਕੁਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਉਹਨਾਂ ਦੇ ਬਕਾਇਦਾ ਪਰਚੇ ਹੋਣੇ ਚਾਹੀਦੇ ਆ ਔਰ ਦੇਸ਼ ਦੇ ਸੰਵਿਧਾਨ ਦੇ ਤਹਿਤ ਜੋ ਧਾਰਾ ਲੱਗਦੀ ਆ ਉਹਨਾਂ ਤੇ ਬਕਾਇਦਾ ਪਰਚਾ ਰਜਿਸਟਰਡ ਹੋਣਾ ਚਾਹੀਦਾ। ਨਹੀਂ ਤਾਂ ਇੱਦਾਂ ਤਾਂ ਹਰੇਕ ਨੂੰ ਮੂੰਹ ਪੈ ਜਾਊਗਾ। ਮੈਂ ਤੁਹਾਨੂੰ ਦੇਖੋ ਇੱਕ ਗੱਲ ਯਾਦ ਕਰਾਨਾ, ਜਦੋਂ ਆ ਕਾਂਡ ਹੋਇਆ ਨਿਰਭਇਆ ਵਾਲਾ ਦਿੱਲੀ ਦੇ ਵਿੱਚ, ਕਿੱਡਾ ਵੱਡਾ ਪ੍ਰੋਟੈਸਟ ਹੋਇਆ, ਉਸ ਵੇਲੇ ਬੀਜੇਪੀ ਦੇ ਲੋਕਾਂ ਨੇ ਰਾਸ਼ਟਰਪਤੀ ਭਵਨ ਤੱਕ ਨਹੀਂ ਬਖਸ਼ਿਆ, ਉੱਥੇ ਵੀ ਜਾ ਕੇ ਬੀਜੇਪੀ ਦਾ ਝੰਡਾ ਲਹਿਰਾਤਾ। ਆ ਜਿਹੜੇ ਹੁਣ ਦੇਖੋ ਮੈਂ ਗੱਲ ਕਰਨ ਲੱਗਾ, ਰਾਸ਼ਟਰਪਤੀ ਭਵਨ ਝੰਡਾ ਲਹਿਰਾਇਆ ਗਿਆ, ਪਾਰਲੀਮੈਂਟ 'ਚ ਲਹਿਰਾਇਆ ਗਿਆ, ਮੋਰ ਓਵਰ ਦੈਨ ਤੁਹਾਡਾ ਲਾਲ ਕਿਲ੍ਹਾ ਇੱਥੇ ਵੀ ਬੀਜੇਪੀ ਵਾਲੇ ਨੇ ਝੰਡੇ ਲਹਿਰਾਏ। ਉਸ ਵੇਲੇ ਦੇਸ਼ ਦੀ ਰਾਸ਼ਟਰੀਅਤਾ ਜਿਹੜੀ ਸੀਗੀ ਉਹ ਨਹੀਂ ਦਿਖੀ ਇਹਨਾਂ ਲੋਕਾਂ ਨੂੰ। ਅਸੀਂ ਫਿਰ ਵੀ ਉਸ ਗੱਲ 'ਚ ਨਹੀਂ ਜਾਂਦੇ ਹੈਗੇ ਵੀ ਚਲੋ ਜਿਹੜਾ ਹੋਇਆ ਅਸੀਂ ਉਸ 'ਚ ਨਹੀਂ ਪੈਣਾ। ਲੇਕਿਨ ਆ ਜਿਹੜੀ ਮੰਦਭਾਗੀ ਘਟਨਾ ਹੋਈ ਆ, ਇਹਦਾ ਮੈਂ ਆਜ਼ਾਦ ਸਮਾਜ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਸੇਫ ਰੱਖੀਏ। ਅਸੀਂ ਮਾਵਾਂ ਦੇ ਪੁੱਤ ਨਹੀਂ ਮਰਵਾਉਣੇ, ਵਰਗਲਾ ਕੇ ਉਹਨਾਂ ਨੂੰ ਝੂਠੀਆਂ ਅਫਵਾਹਾਂ ਫੈਲਾ ਕੇ ਮਾਵਾਂ ਦੇ ਪੁੱਤ ਨਹੀਂ ਮਰਵਾਉਣੇ। ਬੱਚੇ ਆਪਣੇ ਸੁੱਖੀ ਸਾਂਦੀ ਆਪਣਾ ਪ੍ਰੋਟੈਸਟ ਕਰਨ, ਸਾਡੇ ਲੀਡਰ ਸਾਹਿਬਾਨ ਮੂਹਰੇ ਬੈਠੇ ਨੇ, ਉਹਨਾਂ ਦੀ ਗੱਲ ਸੁਣਨ, ਉਹਨਾਂ ਦੀ ਇੱਜ਼ਤ ਮਾਣ ਕਰਨ, ਕਿਉਂਕਿ ਬਜ਼ੁਰਗ ਕਦੇ ਵੀ ਆਪਣੇ ਪੁੱਤ ਨੂੰ ਪੁੱਠੇ ਰਾਹ ਨਹੀਂ ਪਾਊਗਾ। ਇਹ ਮਾਵਾਂ ਦੇ ਪੁੱਤ ਨਹੀਂ ਮਰਵਾਉਣ ਗਏ ਉੱਥੇ, ਅਸੀਂ ਉੱਥੋਂ ਜਿੱਤ ਕੇ ਵਾਪਸ ਮੁੜਨਾ। ਸੋ ਇਹ ਇੱਕ ਛੋਟਾ ਜਿਹਾ ਇੱਕ ਮੈਂ ਕਹਿ ਦੂੰਗਾ ਵਿੱਚ ਇਨਸੀਡੈਂਟ ਹੋਇਆ ਜਿਹਦੇ ਨਾਲ ਸਾਰੇ ਅੰਦੋਲਨ ਨੂੰ ਧੱਕਾ ਲੱਗਿਆ, ਸਾਰੀ ਪੰਜਾਬੀਅਤ ਦਾ ਸਿਰ ਨੀਵਾਂ ਹੋਇਆ ਇਹਦੇ ਨਾਲ। ਸੋ ਇਹ ਦੁਬਾਰਾ ਘਟਨਾ ਨਹੀਂ ਵਾਪਰੂਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ। ਕਿਉਂਕਿ ਲੀਡਰਸ਼ਿਪ ਜਦੋਂ ਨਾ 40-42 ਜਥੇਬੰਦੀਆਂ ਇਕੱਠੀਆਂ ਹੋਣ ਤਾਂ ਇੱਕ ਦੋ ਵਿੱਚ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕਰਦੇ ਆ। ਸਰਕਾਰਾਂ ਕਹਿ ਲਓ, ਏਜੰਸੀਆਂ ਕਹਿ ਲਓ, ਵਿੱਚ ਬੰਦੇ ਵਾੜ ਦਿੰਦੀਆਂ ਆਪਣੀਆਂ। ਇਹ ਲੀਡਰਸ਼ਿਪ ਨੂੰ ਪਤਾ ਮਜਬੂਰੀ ਸੀ ਉਹਨਾਂ ਦੀ। ਔਰ ਜਿਹੜੇ ਉੱਥੇ ਲੋਕ ਗਏ ਨੇ, ਤੁਸੀਂ ਦੇਖਿਆ ਹੋਣਾਗਾ ਵੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਯਾਰ ਕਿੱਦਾਂ ਹੋ ਗਿਆ ਇਹ ਬਈ, ਉਹ ਐਡੇ ਬੰਦੇ ਕਿਵੇਂ ਚੜ੍ਹ ਗਏ ਉਹਦੇ ਉੱਪਰ। ਔਰ ਤਿਰੰਗਾ ਤਾਂ ਸ਼ਾਨ ਨਾਲ ਝੁੱਲ ਰਿਹਾ ਸਾਡਾ, ਜਿਹੜਾ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਆ ਤਿਰੰਗਾ, ਜਿਹਦੇ ਕਰਕੇ ਪੰਜਾਬੀਆਂ ਨੇ ਐਡੀਆਂ ਕੁਰਬਾਨੀਆਂ ਦਿੱਤੀਆਂ, ਉਹ ਤਾਂ ਸ਼ਾਨ ਨਾਲ ਝੁੱਲ ਰਿਹਾ ਸੀਗਾ। ਇਹਨਾਂ ਨੇ ਉਸ ਤੋਂ ਥੱਲੇ ਆਪਣਾ ਨਿਸ਼ਾਨ ਸਾਹਿਬ ਦਾ ਝੰਡਾ ਕੱਢਤਾ। ਨਿਸ਼ਾਨ ਸਾਹਿਬ ਦੇਖੋ ਪੁਰਾਣੇ ਰਾਜੇ ਮਹਾਰਾਜਿਆਂ ਦੇ ਟਾਈਮ 'ਚ ਕੀ ਹੁੰਦਾ ਸੀਗਾ, ਜਦੋਂ ਕਿਸੇ ਵੀ ਸਟੇਟ ਦਾ, ਕਿਸੇ ਵੀ ਸਲਤਨਤ ਦਾ ਕਬਜ਼ਾ ਦੂਜੀ ਸਲਤਨਤ 'ਤੇ ਹੁੰਦਾ ਸੀਗਾ ਤਾਂ ਉਹ ਜਿਹੜਾ ਜਿੱਤਿਆ ਹੋਇਆ ਰਾਜਾ ਹੁੰਦਾ ਸੀ ਉੱਥੇ ਆਪਣਾ ਝੰਡਾ ਕੱਢ ਦਿੰਦਾ ਸੀ ਵੀ ਇਹ ਪ੍ਰਜਾ ਮੇਰੀ, ਇੱਥੇ ਮੇਰਾ ਰਾਜ ਚੱਲੂਗਾ। ਕੀ ਤੁਸੀਂ ਇਦਾਂ ਦਾ ਕੁਛ ਕੀਤਾ? ਕੀ ਹੋ ਗਿਆ ਉੱਥੇ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ? ਤੁਸੀਂ ਤਾਂ ਉਲਟਾ ਸਿੱਖੀ ਨੂੰ ਬਦਨਾਮ ਕਰਤਾ ਯਾਰ। ਅਸੀਂ ਉੱਥੇ ਕੋਈ ਗੁਰਦੁਆਰਾ ਸਾਹਿਬ ਖੋਲ੍ਹਣਾ ਸੀ ਉੱਥੇ ਅਸੀਂ ਕੋਈ? ਤੁਸੀਂ ਆਪਣੀ ਲੜਾਈ ਲੜਨ ਗਏ ਹੋ, ਤੁਸੀਂ ਆਪਣੇ ਕਾਨੂੰਨਾਂ ਬਾਰੇ ਗੱਲ ਕਰੋ। ਤੁਸੀਂ ਪਿਛਲੇ ਦੇਖਿਆ ਹੋਣਾ ਜਿਹੜਾ ਨੈਸ਼ਨਲ ਮੀਡੀਆ ਵਾ ਤਕਰੀਬਨ ਪਿਛਲੇ 10 ਦਿਨ ਤੋਂ ਉਹ ਸਿਰਫ ਇਹੀ ਗੱਲ ਤੇ ਅੜਿਆ ਹੋਇਆ ਵਾ ਵੀ ਇਨਕੋ ਰੂਟ ਦੇं ਨਾ ਦੇं, ਕਿਧਰ ਨਾ ਦੇ। ਉਹ 3 ਕਾਨੂੰਨ ਵਾਲੀ ਤਾਂ ਗੱਲ ਹੀ ਆਈ ਗਈ ਹੋਗੀ।
ਇਹ ਦੇਖੋ ਕੁਝੀਆਂ ਚਾਲਾਂ ਨੇ ਸਰਕਾਰ ਦੀਆਂ, ਇਹਨੂੰ ਸਮਝਣ ਦੀ ਜ਼ਰੂਰਤ ਆ। ਐਡੀ ਵੱਡੀ ਮੂਵਮੈਂਟ ਆ, ਇਹਨੂੰ ਜੇ ਤੁਸੀਂ ਸਿਰੇ ਲਾਉਣਾ ਤਾਂ ਤੁਹਾਨੂੰ ਆਪਣੇ ਬਜ਼ੁਰਗਾਂ ਦੀ, ਆਪਣੇ ਲੀਡਰਾਂ ਦੀ ਗੱਲ ਮੰਨਣੀ ਪੈਣੀ ਆ। ਮੈਂ ਯੂਥ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਦਾ ਵੀ ਭਾਈ ਆਪਣੇ ਬਜ਼ੁਰਗਾਂ ਦੀ ਗੱਲ ਮੰਨੋ, ਉਹ ਤੁਹਾਨੂੰ ਪੁੱਠੇ ਰਾਹ ਨਹੀਂ ਪਾਉਣਗੇ। ਇਹੀ ਮੇਰੀ ਅਪੀਲ ਆ ਜਿਹੜੀ ਤੁਹਾਡੇ ਫੈਨ ਬੇਨਤੀ ਕਰਦੇ ਸਾਰੇ ਦਰਸ਼ਕਾਂ ਨੂੰ। ਜੀ, ਸੋ ਅਰੁਣ ਭੱਟੀ ਜੀ ਨਾਲ ਗੱਲਬਾਤ ਕਰਾਂਗੇ। ਭੱਟੀ ਸਾਹਿਬ, ਤੁਹਾਨੂੰ ਕੀ ਲੱਗਦਾ ਜੋ ਯੂਥ ਵੱਲੋਂ ਜੋ ਕੀਤਾ ਗਿਆ ਅੱਜ ਦੇ ਟਾਈਮ ਦੇ ਵਿੱਚ 26 ਜਨਵਰੀ ਤੋਂ ਬਾਅਦ ਦੀ ਗੱਲ ਕਰਦੇ, 26 ਜਨਵਰੀ ਤੋਂ ਬਾਅਦ ਦਾ ਜੋ ਮਾਹੌਲ ਆ ਔਰ ਉਸ ਤੋਂ ਪਹਿਲਾਂ ਜੋ ਕਰੀਬ 2 ਮਹੀਨੇ ਦਾ ਮਾਹੌਲ ਆ, ਕਿਸ ਤਰੀਕੇ ਦੇਖਦੇ ਇਸ ਅੰਦੋਲਨ ਨੂੰ? ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਭਾਰਤ। ਦੇਖੋ ਸਰ, ਬਹੁਤ ਮੰਦਭਾਗੀ ਘਟਨਾ ਵੀ ਹੋਈ ਹੈ। ਚਲੋ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਨੂੰ ਬਰਗਲਾਇਆ ਜਾ ਰਿਹਾ ਤੇ ਇੱਕ ਬਹੁਤ ਸ਼ਰਮ ਦੀ ਗੱਲ ਹੈ ਕਿ 73 ਸਾਲ ਹੋ ਗਏ ਭਾਰਤ ਦੇਸ਼ ਆਜ਼ਾਦ ਹੋਏ ਨੂੰ, ਅੱਜ ਵੀ ਸਾਨੂੰ ਲੋਕਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਆ। ਅੱਜ ਵੀ ਸਾਡੇ ਲੋਕਾਂ ਨੂੰ, ਹਰ ਇੱਕ ਵਰਗ ਨੂੰ, ਹੁਣ ਚਾਹੇ ਸ਼ਾਹੀਨ ਬਾਗ ਦਾ ਕਾਂਡ ਦੇਖਿਓ ਤੁਸੀਂ, ਸ਼ਾਹੀਨ ਬਾਗ ਦਾ ਇਹਨਾਂ ਨੇ ਪ੍ਰੋਟੈਸਟ ਫੇਲ ਕੀਤਾ। ਇਹ ਸਰਕਾਰਾਂ ਨੇ, ਜਿੱਦਾਂ ਕਿ ਸਾਡੇ ਵੱਡੇ ਵੀਰ ਲਵਲੀ ਜੀ ਨੇ ਵੀ ਗੱਲ ਕਹੀ ਸੀਗੀ ਵੀ ਇਹ ਲੋਕ ਜਿਹੜੇ ਸ਼ਰਾਰਤੀ ਅਨਸਰ ਹੈ, ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਇਹ ਲੋਕ ਹਰ ਇੱਕ ਮੂਵਮੈਂਟ ਨੂੰ ਖਤਮ ਕਰਨ ਲਈ, ਚਾਹੇ ਉਹ ਸ਼ਾਹੀਨ ਬਾਗ ਦੇ ਵਿੱਚ ਤੁਸੀਂ ਦੇਖਿਆ ਹੋਣਾ, ਰਿਵਾਲਵਰ ਲੈ ਕੇ ਇੱਕ ਬੰਦਾ ਆ ਕੇ ਤੇ ਹਿੰਦੁਸਤਾਨ ਜਿੰਦਾਬਾਦ ਇੱਦਾਂ ਦੇ ਨਾਰੇ ਨੂਰੇ ਲਾ ਕੇ ਉਹਨਾਂ ਨੇ ਫਾਇਰਿੰਗ ਵੀ ਕੀਤੀ ਹੈ। ਸੋ ਇਹ ਜਿਹੜੇ ਲੋਕ ਹੈ, ਇਹਨਾਂ ਦਾ ਕੋਈ ਜਾਤ ਨਹੀਂ, ਕੋਈ ਧਰਮ ਨਹੀਂ ਹੈ। ਤੁਸੀਂ ਗੱਲ ਕਰਦੇ ਸੀ ਕੋਈ ਐਕਟਰ ਜਾਵਾ, ਉਹ ਮੈਂ ਤਾਂ ਕਹਿੰਦਾ ਉਹ ਫੁਕਰਾ ਜਿਹੜਾ ਕਿ ਅੱਜ ਸਿੱਖੀ ਦੀ ਗੱਲ ਕਰਦਾ, ਸਿੱਖੀ ਨੂੰ ਕਹਿਣਾ ਔਰ ਸਿੱਖੀ ਨੂੰ ਸਮਝਣਾ। ਐਡੀ ਕੁਰਬਾਨੀਆਂ ਦਾ ਇਤਿਹਾਸ ਹੈ ਸਾਡੇ ਲੋਕਾਂ ਦਾ, ਪੰਜਾਬੀਆਂ ਦਾ। ਅੱਜ ਸਾਡੀ ਪੂਰੀ ਮੁਲਕ ਦੀ ਗੱਲ ਕਰੀਏ, ਪੂਰੇ ਆਲ ਓਵਰ ਇੰਡੀਆ, ਪੂਰਾ ਵਰਲਡ ਦੇਖ ਰਿਹਾ ਵਾ। ਅਤੇ ਇਹਨਾਂ ਨੇ ਜਿਹੜਾ ਵੀ ਕੁਛ ਕੰਮ ਕੀਤਾ ਇਹ, ਅਤੇ ਇਹਨਾਂ ਨੇ ਜਿਹੜਾ ਕਿ ਪਹਿਲਾਂ ਸਾਡਾ ਪੰਜਾਬ ਕਾਲੇ ਦੌਰ ਤੋਂ ਗੁਜ਼ਰਿਆ ਵਾ, ਲੰਘਿਆ, ਉਹ ਬਹੁਤ ਮਾੜੇ ਦਿਨ ਸੀਗੇ ਕਿਉਂਕਿ ਬਹੁਤ ਕੁਛ ਹੋਇਆ। ਮਾਵਾਂ ਦੇ ਪੁੱਤ ਜਿਹੜੇ ਖੇਤੀ ਕਰਨ ਗਏ ਸੀ ਉਹ ਵੀ ਵਾਪਸ ਨਹੀਂ ਆਏ, ਅੱਜ ਤੱਕ ਵੀ ਉਹਨਾਂ ਦਾ ਕੁਛ ਨਹੀਂ ਪਤਾ ਉਹ ਕਿੱਥੇ ਚਲੇ ਗਏ। ਸੋ ਇਹੋ ਜਿਹੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸ਼ਰਮ ਕਰੋ। ਪੰਜਾਬੀ ਅਤੇ ਪੰਜਾਬੀਅਤ ਲਈ ਘੱਟੋ ਘੱਟ ਇਹਨਾਂ ਜਿਹੜੇ ਨੌਜਵਾਨਾਂ ਨੂੰ ਤੁਸੀਂ ਬਰਗਲਾ ਕੇ ਪੁੱਠੇ ਰਾਹ ਲੈ ਗਏ। ਦੂਜੀ ਗੱਲ, ਤੁਸੀਂ ਤੁਹਾਡੀ ਗੱਲ ਮੈਂ ਵੱਡੀ ਕਰ ਰਿਹਾ, ਇਹਨਾਂ ਨੇ ਕਿਹਾ ਸੀਗਾ ਵੀ ਅੱਜ ਦਾ ਜਿਹੜਾ ਮੀਡੀਆ ਵਾ, ਤੁਸੀਂ ਦੇਖੋ ਨੈਸ਼ਨਲ ਮੀਡੀਆ ਵਾ, ਉਹਨਾਂ ਨੇ ਪਹਿਲਾਂ ਹੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਦੋਸ਼ੀ ਬਣਾ ਕੇ ਉਹਨਾਂ ਨੂੰ ਕਟਕੜੇ 'ਚ ਖੜਾ ਕਰਤਾ। ਕਿਉਂਕਿ ਉਹਨਾਂ ਨੂੰ, ਲੋਕਾਂ ਨੂੰ ਪਤਾ, ਕਿਉਂਕਿ ਮੀਡੀਆ ਜਿਹੜੀ ਆ ਅੱਜ ਐਕਚੁਅਲ 'ਚ ਰਿਐਲਿਟੀ ਨਹੀਂ ਦਿਖਾ ਰਹੀ ਹੈ। ਉਹਨਾਂ ਨੂੰ ਜਦੋਂ ਤਾਂ ਦੇਸ਼ ਦੇ ਵਿੱਚ ਇੱਥੇ ਭੁੱਖਮਰੀ ਹੁੰਦੀ ਹੈ, ਇਹ ਪਾਕਿਸਤਾਨ ਦੇ ਵਿੱਚ ਚੈਨਲ ਦਿਖਾਉਂਦੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਆ ਪਾਕਿਸਤਾਨ ਦੇ, ਉਹਨਾਂ ਨੂੰ ਆਪਣੇ ਦੇਸ਼ ਨੂੰ ਚਲਾਉਣਾ ਬਹੁਤ ਭਾਰੀ ਪੈ ਰਿਹਾ ਵਾ, ਉਹਨਾਂ ਦੀ ਜਿਹੜੀ ਅਰਥ ਵਿਵਸਥਾ ਵਾ ਉਹ ਖਰਾਬ ਹੋ ਗਈ ਹੈ। ਵੀ ਤੁਸੀਂ ਆਪਣਾ ਦੇਸ਼ ਤਾਂ ਦੇਖੋ। ਕਰੋਨਾ ਕਾਲ ਦੇ ਵਿੱਚ ਕਿਸੇ ਵੀ ਬੰਦੇ ਨੇ, ਅੱਜ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਦੇ ਵਿੱਚ ਕਿੰਨਾ ਕੁਛ ਹੋਇਆ। ਲੋਕਾਂ ਕੋਲ ਰੋਟੀ ਨਹੀਂ ਹੈ, ਖਾਣ ਨੂੰ ਕੱਪੜਾ ਨਹੀਂ ਹੈ। ਮੋਦੀ ਸਾਹਿਬ ਨੇ ਇੱਕ ਨਾਰਾ ਦਿੱਤਾ ਸੀ ਕਿ ਵੀ ਆਪਾਂ ਇੱਕ ਵਿਕਾਸ ਦਾ ਜਨਮ ਹੋਊਗਾ। ਅੱਜ ਦੀ ਡੇਟ 'ਚ ਬੰਦਾ ਇਹ ਜਿਹੜੇ ਰੋਟੀ ਖਾਣ ਨੂੰ ਹੀ ਆਪਣਾ ਸਿਰਫ ਨੈਤਿਕ ਵਿਕਾਸ ਸਮਝ ਰਿਹਾ, ਕਿਉਂਕਿ ਕੰਮ ਧੰਦੇ ਚੌਪਟ ਹੋ ਗਏ ਹੋਏ ਆ। ਮੀਡੀਆ ਉਸ ਚੀਜ਼ ਨੂੰ ਕਦੇ ਵੀ ਨਹੀਂ ਦਿਖਾਉਂਦਾ। ਅਤੇ ਮੈਂ ਤੁਹਾਡਾ ਧੰਨਵਾਦੀ ਵੀ ਹਾਂ, ਚਲੋ ਅੰਬੇਡਕਰ ਫੈਨ TV ਦਾ, ਵੀ ਜਿਹੜਾ ਤੁਸੀਂ ਐਕਚੁਅਲ 'ਚ ਜਿਹੜੀ ਜੜ੍ਹ ਹੈ ਉਹਨੂੰ ਲੈ ਕੇ ਚੱਲੇ ਆ, ਉਹਨੂੰ ਦਿਖਾ ਰਹੇ ਆ। ਜਿਹੜੇ ਪ੍ਰੋਟੈਸਟ ਹੋ ਰਿਹਾ ਸੀ, ਸਾਡਾ ਜਿਹੜਾ ਅੰਨਦਾਤਾ ਵਾ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ, ਇਹ ਜਿਹੜੇ ਅੱਜ ਆਪਾਂ ਕਹਿੰਦੇ ਆ ਵੀ ਜਿਹੜੇ ਅੰਬਾਨੀ ਅੰਡਾਨੀ, ਇਹ ਲੋਕ ਇੱਕ ਉਹ ਲੋਕ ਹੈ ਜਿਹੜੇ ਕਦੇ ਖੇਤ 'ਚ ਨਹੀਂ ਵੜੇ। ਪੈਸੇ ਵਾਲੀ ਕੌਮ ਹੈ, ਪੈਸੇ ਵਾਲੇ ਲੋਕ ਹੈ। ਇਹਨਾਂ ਲੋਕਾਂ ਨੇ ਹਮੇਸ਼ਾ ਹੀ ਸਿਰਫ ਹਰ ਇੱਕ ਧਰਨੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰਾਂ, ਏਜੰਸੀਆਂ ਹਮੇਸ਼ਾ ਹੀ ਸ਼ਾਹੀਨ ਬਾਗ ਦੇ ਵਿੱਚ CAA NRC ਦੀ ਵੀ ਆਪਾਂ ਗੱਲ ਕਰਦੇ ਹਾਂ। CAA ਸਿਟੀਜ਼ਨ ਅਮੈਂਡਮੈਂਟ ਐਕਟ ਸੀ ਜਿਹੜਾ ਕਿ 1948 ਦੇ ਵਿੱਚ ਨਹਿਰੂ ਤੇ ਲਿਆਕਤ ਅਲੀ ਜੀ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਵੀ 1952 ਤੋਂ ਬਾਅਦ ਵੀ ਪਹਿਲਾਂ ਜਿਹੜਾ ਵੀ ਭਾਰਤ ਦੀ ਧਰਤੀ ਤੇ ਆ ਜਾਊਗਾ, ਅਸੀਂ ਉਹਨੂੰ ਨਾਗਰਿਕਤਾ ਦੇ ਦੇਵਾਂਗੇ। ਅਤੇ ਇਹ ਗੱਲ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖੀ ਗਈ ਸੀ। ਸੋ ਉਸ ਤੋਂ ਬਾਅਦ ਇਹ ਕਹਿੰਦੇ ਵੀ 2 ਜਣੇ ਮਿਲ ਕੇ ਕਹਿੰਦੇ ਵੀ ਜਿਹੜੇ ਲੋਕ ਹੈ, ਜਿਹੜੇ ਮੁਸਲਮਾਨ ਕਮਿਊਨਿਟੀ ਦੇ ਲੋਕ ਹੈ, ਉਹ ਸਾਡੇ ਭਰਾ ਵਾ, ਉਹਨਾਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ ਵਾ ਦੇਸ਼ ਦੀ ਆਜ਼ਾਦੀ ਦੇ ਵਿੱਚ। ਉਹਨਾਂ ਦੀ ਸ਼ਹਾਦਤਾਂ ਬਹੁਤ ਹੈ। ਅਤੇ ਉਸ ਗੱਲ ਨੂੰ ਜੇ ਲੈ ਕੇ ਚੱਲੀਏ ਅਤੇ ਇਹ ਕਹਿੰਦੇ ਵੀ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਵਾ। ਅਤੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਸਾਨੂੰ ਸੰਵਿਧਾਨ ਦਿੱਤਾ ਸੀ, ਉਹਦੇ ਵਿੱਚ ਆਪਾਂ ਲੋਕਾਂ ਨੂੰ ਇਹ ਧਰਮ ਨਿਰਪੇਖ ਦੇਸ਼ ਦਿੱਤਾ ਸੀ ਵੀ ਸਾਡਾ ਕੋਈ ਧਰਮ ਨਹੀਂ ਹੈ। ਸੋ ਇਹ ਲੋਕ ਜਿਹੜੇ ਸਾਡੇ ਸੰਵਿਧਾਨ ਤੋਂ ਉਲਟ ਜਾ ਰਹੇ ਹੈ, ਅਤੇ ਸਾਡੇ ਨੌਜਵਾਨਾਂ ਨੂੰ ਵੀ ਚਾਹੀਦਾ, ਅਤੇ ਜਿੰਨੇ ਵੀ ਚਾਹੇ ਕਿਸੇ ਵੀ ਧਰਮ ਦਾ ਨੌਜਵਾਨ ਹੈ, ਕਿ ਜੇ ਤੁਸੀਂ ਸੰਵਿਧਾਨ ਨੂੰ ਬਚਾਓਗੇ ਤੇ ਤੁਹਾਡਾ ਦੇਸ਼ ਤਾਂ ਬਚਣਾ ਵਾ, ਨਹੀਂ ਤਾਂ ਅਦਰਵਾਈਜ਼ ਇਸ ਦੇਸ਼ ਦੇ ਵਿੱਚ ਤੁਹਾਨੂੰ ਧਰਮ ਦੇ ਨਾਮ ਤੇ ਬਰਗਲਾ ਕੇ ਤੁਹਾਡੇ ਕਤਲ ਕਰਾਏ ਜਾਣਗੇ। ਤੁਹਾਡੇ ਤੇ ਅੱਤਵਾਦੀ ਦਾ ਲੇਬਲ ਲਾ ਕੇ ਇਹਨਾਂ ਲੋਕਾਂ ਨੇ ਤੁਹਾਨੂੰ ਮਰਵਾਉਣ ਦੀ ਸਾਜ਼ਿਸ਼ ਕੀਤੀ ਹੋਈ ਹੈ। ਸੋ ਮੈਂ ਆਪਣੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਵੀ ਇਹੋ ਜਿਹੇ ਸ਼ਰਾਰਤੀ ਅੰਸ਼ਰਾਂ ਤੋਂ ਬਚਣ ਦੀ ਲੋੜ ਹੈ। ਅਤੇ ਪੰਜਾਬ ਤੇ ਪੰਜਾਬੀਅਤ ਹਮੇਸ਼ਾ ਸਦਾ ਤੋਂ ਹੀ ਇਨਸਾਨੀਅਤ ਦੀ ਸੇਵਾ ਕਰਦੀ ਰਹੀ ਹੈ, ਔਰ ਸਾਡਾ ਇਹ ਪਹਿਲਾ ਹੀ ਧਰਮ ਹੈ। ਅਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾ ਵੀ ਸਾਡੇ ਨੌਜਵਾਨਾਂ ਨੂੰ ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਜੀ,
ਸੋ ਜਿੱਦਾਂ ਕਿ ਤੁਹਾਨੂੰ ਅਸੀਂ ਇਸ ਚੈਨਲ ਦੇ ਰਾਹੀਂ ਆਜ਼ਾਦ ਸਮਾਜ ਪਾਰਟੀ ਦੇ ਜੋ ਸੀਨੀਅਰ ਆਗੂ ਨੇ ਪੰਜਾਬ ਦੇ ਪ੍ਰਧਾਨ ਰਾਜੀਵ ਲਵਲੀ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭੱਟੀ ਸਾਹਿਬ, ਉਹਨਾਂ ਨਾਲ ਵੀ ਗੱਲਬਾਤ ਕਰਵਾਈ। ਸੋ ਇਸ ਜੋ ਕਿਸਾਨ ਅੰਦੋਲਨ ਦਾ ਜੋ ਅੱਜ ਦਾ ਮਾਹੌਲ ਜੋ ਬਣਦਾ ਜਾ ਰਿਹਾ ਆ 26 ਤਰੀਕ ਤੋਂ ਬਾਅਦ ਦਾ, ਉਸ ਬਾਰੇ ਇਹਨਾਂ ਨਾਲ ਅੱਜ ਚਰਚਾ ਕੀਤੀ ਗਈ। ਸੋ ਇਸ ਚੈਨਲ ਦੇ ਰਾਹੀਂ ਤੁਸੀਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਦੇਵ ਇਜਾਜ਼ਤ, ਧੰਨਵਾਦ।